ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ 에ਅਰਪੋਰਟ ਤੇ ਹੋ ਰਹੀ ਦੇਰੀ, ਹੁਣ ਯਾਤਰੀਆਂ ਨੂੰ ਲੱਗਦਾ ਵੱਧ ਸਮਾਂ। ਅਮਰੀਕਾ ਜਾਣ ਵਾਲੇ ਕੈਨੇਡਾ ਵਾਸੀ ਦੇਣ ਧਿਆਨ, ਹੁਣ ਨਵੇਂ ਨਿਯਮ ਹੋਏ ਲਾਗੂ। ਕੈਨੇਡਾ ਵਿੱਚ ਪੰਜਾਬੀ ਦਾ ਘਾਰਾ, ਪੰਜਾਬੀ ਨੂੰ ਹੋਈ 5 ਸਾਲ ਦੀ ਜੇਲ੍ਹ। ਗੁਰੂ ਘਰ 'ਚ ਦਾਖਲੇ ਲਈ ਵੈਕਸੀਨ ਜ਼ਰੂਰੀ, ਬ੍ਰਿਟਿਸ਼ ਕੋਲੰਬੀਆ ਦੇ ਧਾਰਮਿਕ ਥਾਵਾਂ ਤੇ ਟੀਕਾ ਹੋਵੇਗਾ ਜ਼ਰੂਰੀ। ਬ੍ਰਿਟਿਸ਼ ਕੋਲੰਬੀਆ 'ਚ ਸੁਧਰੇ ਹਾਲਾਤ, ਅਜੇ ਵੀ ਚੇਤਾਵਨੀ ਜਾਰੀ। ਕੈਨੇਡਾ ਵੱਲੋਂ ਕਰੋਨਾ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਨਿਯਮ ਐਲਾਨ ਕੀਤੇ ਗਏ, ਜਿਸ ਤੋਂ ਬਾਅਦ ਹੁਣ 에ਅਰਪੋਰਟਸ ਤੇ ਕਾਫੀ ਰਸ਼ ਦੇਖਣ ਨੂੰ ਮਿਲ ਰਿਹਾ ਹੈ। ਜਿਹੜੇ 에ਅਰਪੋਰਟ ਤੇ ਯਾਤਰੀ ਆ ਰਹੇ ਨੇ ਉਹਨਾਂ ਨੂੰ ਦੇਰੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਬਾਰੇ ਲਗਾਤਾਰ ਜਾਣਕਾਰੀ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਹੁਣ ਕੈਨੇਡਾ ਆਉਣ ਵਾਲੇ ਹਰ ਯਾਤਰੀ ਦਾ ਕਰੋਨਾ ਟੈਸਟ ਕੀਤਾ ਜਾਂਦਾ ਹੈ, ਚਾਹੇ ਉਹ ਅਨਵੈਕਸੀਨੇਟਡ ਹੈ ਜਾਂ ਫਿਰ ਉਸਨੇ ਕਰੋਨਾ ਵੈਕਸੀਨ ਦੇ ਦੋਨੋਂ ਸ਼ਾਟ ਹਾਸਿਲ ਕੀਤੇ। ਹੁਣ ਟੈਸਟ ਜ਼ਰੂਰੀ ਕਰ ਦਿੱਤਾ ਗਿਆ ਹੈ। ਕੈਨੇਡਾ ਵੱਲੋਂ ਜੋ ਯਾਤਰਾ ਸੰਬੰਧੀ ਨਵੇਂ ਨਿਯਮ ਐਲਾਨੇ ਗਏ, ਉਸ ਤੋਂ ਬਾਅਦ ਹੁਣ 에ਅਰਪੋਰਟ ਤੇ ਯਾਤਰੀਆਂ ਨੂੰ ਜ਼ਿਆਦਾ ਸਮਾਂ ਲੱਗ ਸਕਦਾ ਹੈ। ਜੀ ਹਾਂ, ਇੰਡਸਟਰੀ ਗਰੁੱਪਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕੈਨੇਡਾ ਵੱਲੋਂ ਟੈਸਟਿੰਗ ਨਾਲ ਸੰਬੰਧਿਤ ਜੋ ਨਵੇਂ ਨਿਯਮ ਐਲਾਨ ਕੀਤੇ ਗਏ ਨੇ, ਉਸ ਤੋਂ ਬਾਅਦ 에ਅਰਪੋਰਟਸ ਦੇ ਉੱਪਰ ਕਾਫੀ ਜ਼ਿਆਦਾ ਰਸ਼ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਵੀ ਯਾਤਰੀ ਹੁਣ ਕੈਨੇਡਾ ਆਉਣਗੇ, ਉਹਨਾਂ ਨੂੰ ਇੱਥੇ ਪਹੁੰਚਣ ਤੇ ਕਰੋਨਾ ਟੈਸਟ ਕਰਵਾਉਣਾ ਪਵੇਗਾ। ਇਸ ਨਵੇਂ ਨਿਯਮ ਤੋਂ ਸਿਰਫ ਅਮਰੀਕਾ ਤੋਂ ਆਉਣ ਵਾਲੇ ਯਾਤਰੀਆਂ ਨੂੰ ਰਾਹਤ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਅਮਰੀਕਾ ਤੋਂ ਇਲਾਵਾ ਕੈਨੇਡਾ ਜਿਹੜੇ ਵੀ ਯਾਤਰੀ ਆਉਣਗੇ, ਚਾਹੇ ਉਹਨਾਂ ਦੇ ਕਰੋਨਾ ਟੀਕਾ ਲੱਗਾ ਹੋਵੇ ਜਾਂ ਫਿਰ ਨਾ, ਉਹਨਾਂ ਨੂੰ ਇੱਥੇ ਟੈਸਟ ਕਰਵਾਉਣਾ ਹੀ ਪਵੇਗਾ। ਜਦੋਂ ਤੱਕ ਇਸ ਟੈਸਟ ਦੀ ਰਿਪੋਰਟ ਨਹੀਂ ਆ ਜਾਂਦੀ, ਉਦੋਂ ਤੱਕ ਯਾਤਰੀ ਸੈਲਫ ਆਈਸੋਲੇਸ਼ਨ ਵਿੱਚ ਰਹਿਣਗੇ। ਹੁਣ ਜਦੋਂ ਕੈਨੇਡਾ ਵੱਲੋਂ ਇਹ ਯਾਤਰਾ ਸੰਬੰਧੀ ਨਵੇਂ ਨਿਯਮ ਐਲਾਨ ਕੀਤੇ ਗਏ, ਤਾਂ ਫਿਰ 에ਅਰਪੋਰਟਸ ਤੇ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਕਰੋਨਾ ਵਾਇਰਸ ਦਾ ਜੋ ਨਵਾਂ ਵੇਰੀਐਂਟ ਸਾਹਮਣੇ ਆਇਆ, ਉਸ ਤੋਂ ਬਾਅਦ ਦੇਸ਼ਾਂ ਵਿੱਚ ਇੱਕ ਵਾਰ ਫਿਰ ਤੋਂ ਚਿੰਤਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਚਿੰਤਾ ਦੇ ਚੱਲਦਿਆਂ ਵੱਖ-ਵੱਖ ਦੇਸ਼ਾਂ ਵੱਲੋਂ ਯਾਤਰਾ ਸੰਬੰਧੀ ਨਵੇਂ ਨਿਯਮ ਐਲਾਨ ਕੀਤੇ ਗਏ ਨੇ। ਅਜਿਹਾ ਹੀ ਕੈਨੇਡਾ ਵੱਲੋਂ ਵੀ ਕੀਤਾ ਗਿਆ। ਇੱਕ ਪਾਸੇ ਉਹਨਾਂ ਵੱਲੋਂ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਦੇ ਉੱਪਰ ਰੋਕ ਵੀ ਲਗਾ ਦਿੱਤੀ ਗਈ ਹੈ, ਤੇ ਦੂਜੇ ਪਾਸੇ ਹੁਣ ਜਿਹੜੇ ਵੀ ਯਾਤਰੀ ਕੈਨੇਡਾ ਆਉਣਗੇ, ਚਾਹੇ ਉਹ ਵੈਕਸੀਨੇਟਡ ਨੇ ਜਾਂ ਚਾਹੇ ਉਹਨਾਂ ਦੇ ਕਰੋਨਾ ਟੀਕਾ ਨਹੀਂ ਲੱਗਾ, ਪਰ ਫਿਰ ਵੀ ਉਹਨਾਂ ਦਾ ਹੁਣ ਲਾਜ਼ਮੀ ਤੌਰ ਤੇ ਪਹੁੰਚਣ ਤੇ ਟੈਸਟ ਹੋਵੇਗਾ। ਜਿਨ੍ਹਾਂ ਨੇ ਕੈਨੇਡਾ ਤੋਂ ਅਮਰੀਕਾ ਦਾ ਸਫ਼ਰ ਕਰਨਾ ਹੈ, ਉਹ ਹੁਣ ਧਿਆਨ ਦੇਣ, ਕਿਉਂਕਿ ਨਵੇਂ ਨਿਯਮਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅਮਰੀਕਾ ਵੱਲੋਂ ਯਾਤਰਾ ਸੰਬੰਧੀ ਨਵੇਂ ਨਿਯਮ ਐਲਾਨ ਕੀਤੇ ਗਏ, ਜਿਸ ਮੁਤਾਬਕ ਹੁਣ ਡਿਪਾਰਚਰ ਦੇ ਇੱਕ ਦਿਨ ਪਹਿਲਾਂ ਕਰੋਨਾ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਅਮਰੀਕਾ ਵੱਲੋਂ ਹੁਣ 72 ਘੰਟੇ ਦੌਰਾਨ ਦਾ ਨਹੀਂ, ਬਲਕਿ ਡਿਪਾਰਚਰ ਦੇ ਇੱਕ ਦਿਨ ਪਹਿਲਾਂ ਦਾ ਕਰੋਨਾ ਟੈਸਟ ਮਨਜ਼ੂਰ ਕੀਤਾ ਜਾਵੇਗਾ। ਇਸ ਬਾਰੇ ਅੱਜ ਅਮਰੀਕਾ ਵਾਲੇ ਪਾਸੇ ਤੋਂ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਯਾਤਰੀ ਧਿਆਨ ਦੇਣ, ਕਿਉਂਕਿ ਹੁਣ ਅਮਰੀਕਾ ਜਾਣ ਵਾਸਤੇ ਇਹਨਾਂ ਯਾਤਰੀਆਂ ਨੂੰ ਕਰੋਨਾ ਟੈਸਟ ਕਰਵਾਉਣਾ ਪਏਗਾ, ਜੋ ਕਿ ਡਿਪਾਰਚਰ ਦੇ ਇੱਕ ਦਿਨ ਪਹਿਲਾਂ ਹੋਵੇਗਾ। ਜੀ ਹਾਂ, ਇਸ ਦੀ ਸ਼ੁਰੂਆਤ ਅਗਲੇ ਹਫ਼ਤੇ ਤੋਂ ਹੋਣ ਜਾ ਰਹੀ ਹੈ, ਜਿਸ ਮੁਤਾਬਕ ਜਿਹੜੇ ਵੀ ਕੈਨੇਡੀਅਨਸ ਅਮਰੀਕਾ ਜਾਣਗੇ, ਉਹਨਾਂ ਨੂੰ ਇੱਥੇ ਡਿਪਾਰਚਰ ਦੇ ਇੱਕ ਦਿਨ ਪਹਿਲਾਂ ਕਰੋਨਾ ਟੈਸਟ ਕਰਵਾਉਣਾ ਹੋਵੇਗਾ। ਹੁਣ ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਅਮਰੀਕਾ ਵੱਲੋਂ ਵੀ ਯਾਤਰਾ ਸੰਬੰਧੀ ਪਾਬੰਦੀਆਂ ਬਾਰੇ ਐਲਾਨ ਕੀਤਾ ਜਾ ਰਿਹਾ ਹੈ। ਹੁਣ ਅਮਰੀਕਾ ਪਹੁੰਚਣ ਵਾਲੇ ਯਾਤਰੀਆਂ ਲਈ 72 ਘੰਟੇ ਦੌਰਾਨ ਦਾ ਕਰੋਨਾ ਟੈਸਟ ਜ਼ਰੂਰੀ ਹੋਣ ਜਾ ਰਿਹਾ ਹੈ। ਇਸ ਬਾਰੇ ਵਾਈਟ ਹਾਊਸ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ, ਅਜੇ ਉਹਨਾਂ ਨੇ ਬਾਰਡਰ ਦੇ ਨਿਯਮਾਂ ਸੰਬੰਧੀ ਕੋਈ ਵੀ ਅਪਡੇਟ ਨਹੀਂ ਦਿੱਤੀ। ਉਹਨਾਂ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਚਾਹੇ ਕੋਈ ਵੈਕਸੀਨੇਟਡ ਹੋਵੇ ਜਾਂ ਅਨਵੈਕਸੀਨੇਟਡ, ਉਹਨਾਂ ਕੈਨੇਡੀਅਨਸ ਦੇ ਲਈ ਕਰੋਨਾ ਟੈਸਟ ਜ਼ਰੂਰੀ ਹੋਵੇਗਾ। ਜ਼ਿਕਰਯੋਗ ਹੈ ਕਿ ਅਫਰੀਕਾ ਵਿੱਚ ਕਰੋਨਾ ਵਾਇਰਸ ਦਾ ਨਵਾਂ ਰੂਪ ਮਿਲਿਆ, ਜਿਸ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਇੱਕ ਵਾਰ ਫਿਰ ਤੋਂ ਚਿੰਤਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਹੁਣ ਕਈ ਦੇਸ਼ਾਂ ਵੱਲੋਂ ਸਖਤੀਆਂ ਐਲਾਨ ਕੀਤੀਆਂ ਜਾ ਰਹੀਆਂ ਨੇ, ਜੋ ਕਿ ਯਾਤਰਾ ਸੰਬੰਧੀ ਹਨ। ਅਜਿਹਾ ਹੀ ਕਦਮ ਅਮਰੀਕਾ ਵੱਲੋਂ ਵੀ ਚੁੱਕਿਆ ਜਾ ਰਿਹਾ ਹੈ, ਜਿੱਥੇ ਉਹਨਾਂ ਵੱਲੋਂ ਯਾਤਰਾ ਸੰਬੰਧੀ ਨਵੇਂ ਨਿਯਮ ਐਲਾਨੇ ਜਾ ਰਹੇ ਹਨ। ਦੂਜੇ ਪਾਸੇ ਕੈਨੇਡਾ ਵੱਲੋਂ ਵੀ ਇਹਨਾਂ ਯਾਤਰਾ ਦੇ ਨਿਯਮਾਂ ਸੰਬੰਧੀ ਸਖਤੀ ਕੀਤੀ ਗਈ ਹੈ। ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੀ ਹੁਣ ਕਰੋਨਾ ਟੈਸਟ ਜ਼ਰੂਰੀ ਕੀਤਾ ਜਾ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਚਾਹੇ ਤੁਸੀਂ ਵੈਕਸੀਨੇਟਡ ਹੋ ਜਾਂ ਫਿਰ ਨਹੀਂ, ਪਰ ਤੁਹਾਨੂੰ ਕੈਨੇਡਾ ਆਉਣ ਤੇ ਕਰੋਨਾ ਟੈਸਟ ਕਰਵਾਉਣਾ ਪਵੇਗਾ। ਜਦੋਂ ਤੱਕ ਉਸ ਦੀ ਰਿਪੋਰਟ ਨਹੀਂ ਆਉਂਦੀ, ਉਦੋਂ ਤੱਕ ਤੁਹਾਨੂੰ ਸੈਲਫ ਆਈਸੋਲੇਟ ਕਰਨਾ ਹੋਵੇਗਾ। ਕੈਨੇਡਾ ਤੋਂ ਇੱਕ ਪੰਜਾਬੀ ਦਾ ਕਾਰਾ ਸਾਹਮਣੇ ਆਇਆ, ਜਿਸ ਨੂੰ ਹੁਣ 5.5 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਜਿਸ ਪੰਜਾਬੀ ਨੌਜਵਾਨ ਨੇ ਅਜਿਹਾ ਕੀਤਾ, ਉਸ ਦਾ ਨਾਮ ਤੇ ਪਹਿਚਾਣ ਵੀ ਪੁਲਿਸ ਨੇ ਜਨਤਕ ਕੀਤੀ ਹੈ। ਦਰਅਸਲ ਇਸ ਵੱਲੋਂ ਦੂਸਰੀ ਗੱਡੀ ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਹੁਣ ਇਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ। ਕੈਲਗਰੀ 'ਚ ਇੱਕ ਪੰਜਾਬੀ ਨੇ ਅਜਿਹਾ ਕਾਰਾ ਕੀਤਾ ਕਿ ਉਸ ਨੂੰ 5.5 ਸਾਲ ਦੀ ਸਜ਼ਾ ਸੁਣਾਈ ਗਈ। ਜੀ ਹਾਂ, ਕੈਲਗਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਪੰਜਾਬੀ ਮੂਲ ਦੇ ਨੌਜਵਾਨ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਨੌਜਵਾਨ ਵੱਲੋਂ ਅਜਿਹਾ ਕੀਤਾ ਗਿਆ, ਉਸ ਦਾ ਨਾਮ ਜਸਕਰਨ ਸਿੰਘ ਸਿੱਧੂ ਦੱਸਿਆ ਗਿਆ। ਜਸਕਰਨ ਨੂੰ ਹੁਣ ਅਨਰਿਲੇਟਡ ਸ਼ੂਟਿੰਗ ਦੇ ਮਾਮਲੇ ਦੇ ਸੰਬੰਧ ਵਿੱਚ 2 ਕਾਊਂਟਸ ਆਫ ਫਰਸਟ ਡਿਗਰੀ ਮਰਡਰ ਦਾ ਸਾਹਮਣਾ ਕਰਨਾ ਹੋਵੇਗਾ।
ਦੱਸ ਦਈਏ ਕਿ 26 ਅਪ੍ਰੈਲ 2020 ਦੀ ਸ਼ਾਮ ਨੂੰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਜਸਕਰਨ ਸਿੰਘ ਸਿੱਧੂ ਵੱਲੋਂ ਆਪਣੇ ਪਿਤਾ ਦੀ ਗੱਡੀ ਚਲਾਈ ਜਾ ਰਹੀ ਸੀ। ਇਸ ਦੌਰਾਨ ਜਸਕਰਨ ਇੱਕ ਮਰਸੀਡੀਜ਼ ਬੈਂਜ਼ ਦੇ ਨੇੜੇ ਆਇਆ ਜੋ ਕਿ ਕਰਨਵੀਰ ਸਿੰਘ ਸੰਘਾ ਵੱਲੋਂ ਚਲਾਈ ਜਾ ਰਹੀ ਸੀ। ਇਸ ਵਿੱਚ ਦੋ ਹੋਰ ਵਿਅਕਤੀ ਵੀ ਬੈਠੇ ਹੋਏ ਸਨ। ਇਹ ਦੋਨੋਂ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਨਹੀਂ ਜਾਣਦੇ ਸਨ, ਪਰ ਇਹਨਾਂ ਵੱਲੋਂ ਬੜੇ ਗੁੱਸੇ ਵਿੱਚ ਵਾਹਨ ਚਲਾਏ ਜਾ ਰਹੇ ਸੀ। ਇਸ ਤੋਂ ਬਾਅਦ ਹੋਇਆ ਇਹ ਕਿ ਸਿੱਧੂ ਵੱਲੋਂ ਸੰਘਾ ਦੀ ਗੱਡੀ ਵੱਲ ਗੋਲੀਆਂ ਚਲਾਈਆਂ ਗਈਆਂ। ਇੱਕ ਗੋਲੀ ਤਾਂ ਜ਼ਮੀਨ ਤੇ ਲੱਗੀ, ਦੂਜੀ ਸੰਘਾ ਦੇ ਵਾਹਨ ਦੀ ਡੋਰ ਤੇ ਲੱਗੀ। ਇਸ ਦੌਰਾਨ ਗੋਲੀ ਗੱਡੀ ਦੇ ਆਰ-ਪਾਰ ਤਾਂ ਨਹੀਂ ਜਾ ਸਕੀ ਤੇ ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਹੁਣ ਜਸਕਰਨ ਸਿੰਘ ਸਿੱਧੂ ਉੱਪਰ ਕਾਰਵਾਈ ਕਰਦਿਆਂ ਉਸ ਨੂੰ 5.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇੱਕ ਹੋਰ ਮਾਮਲੇ ਦੇ ਸੰਬੰਧ ਵਿੱਚ ਅਪ੍ਰੈਲ ਮਹੀਨੇ ਦੌਰਾਨ ਸਿੱਧੂ, ਅਮਨਦੀਪ ਸੱਗੂ ਅਤੇ ਪ੍ਰਭਜੋਤ ਭੱਟੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਦੌਰਾਨ ਜਸਦੀਪ ਸਿੰਘ ਜੋ ਕਿ ਕੈਲਗਰੀ ਦੇ ਨਾਲ ਸੰਬੰਧਿਤ ਸੀ ਅਤੇ ਜਪਨੀਤ ਮੱਲੀ ਦੀ ਮੌਤ ਹੋ ਗਈ ਸੀ। ਬ੍ਰਿਟਿਸ਼ ਕੋਲੰਬੀਆ ਦੇ ਕਈ ਧਾਰਮਿਕ ਸਥਾਨਾਂ ਤੇ ਦਾਖਲੇ ਤੋਂ ਪਹਿਲਾਂ ਤੁਹਾਨੂੰ ਵੈਕਸੀਨ ਦਾ ਸਟੇਟਸ ਪੁੱਛਿਆ ਜਾਵੇਗਾ। ਜੀ ਹਾਂ, ਇੱਕ ਗੁਰੂ ਘਰ ਵੱਲੋਂ ਵੀ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਹੁਣ ਜਿਨ੍ਹਾਂ ਨੇ ਵੀ ਇੱਥੇ ਦਰਸ਼ਨ ਕਰਨ ਵਾਸਤੇ ਜਾਂ ਮੱਥਾ ਟੇਕਣ ਵਾਸਤੇ ਆਉਣਾ ਹੈ, ਉਸ ਸੰਗਤ ਤੋਂ ਪਹਿਲਾਂ ਪ੍ਰੂਫ ਆਫ ਵੈਕਸੀਨੇਸ਼ਨ ਮੰਗਿਆ ਜਾਵੇਗਾ। ਇਸ ਦੇ ਪਿੱਛੇ ਕੀ ਕਾਰਨ ਨੇ, ਇਹ ਵੀ ਗੁਰਦੁਆਰਾ ਸਾਹਿਬ ਵੱਲੋਂ ਦੱਸਿਆ ਗਿਆ ਹੈ। ਹੁਣ ਬ੍ਰਿਟਿਸ਼ ਕੋਲੰਬੀਆ ਦੀਆਂ ਕੁਝ ਧਾਰਮਿਕ ਥਾਵਾਂ ਤੇ ਵੈਕਸੀਨੇਸ਼ਨ ਸਟੇਟਸ ਪੁੱਛਿਆ ਜਾਵੇਗਾ। ਹੁਣ ਇਹਨਾਂ ਧਾਰਮਿਕ ਥਾਵਾਂ ਤੇ ਐਂਟਰੀ ਲੈਣ ਵਾਸਤੇ ਤੁਹਾਨੂੰ ਆਪਣੇ ਕੋਰੋਨਾ ਵੈਕਸੀਨ ਦਾ ਸਬੂਤ ਦੇਣਾ ਹੋਵੇਗਾ। ਬ੍ਰਿਟਿਸ਼ ਕੋਲੰਬੀਆ ਦੀਆਂ ਅਲੱਗ-ਅਲੱਗ ਧਾਰਮਿਕ ਥਾਵਾਂ ਨੂੰ 50% ਸਮਰੱਥਾ ਨਾਲ ਖੋਲ੍ਹਿਆ ਜਾ ਰਿਹਾ ਹੈ। ਹੁਣ ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਧਾਰਮਿਕ ਥਾਵਾਂ ਤੇ ਤੁਹਾਡੇ ਤੋਂ ਦਾਖਲੇ ਤੋਂ ਪਹਿਲਾਂ ਵੈਕਸੀਨੇਸ਼ਨ ਸਟੇਟਸ ਪੁੱਛਿਆ ਜਾਵੇਗਾ। ਜਿਹੜੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਨੇ, ਉਹਨਾਂ ਨੂੰ ਇਸ ਰੂਲ ਤਹਿਤ ਰਾਹਤ ਦਿੱਤੀ ਜਾਏਗੀ। ਇਸ ਬਾਰੇ ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਵਾਲੀਆ ਵੱਲੋਂ ਦੱਸਿਆ ਗਿਆ ਕਿ ਆਮ ਵੀਕਡੇਜ਼ ਦੇ ਮੌਕੇ ਉੱਪਰ ਕੈਪੈਸਿਟੀ ਨਾਲ ਸੰਬੰਧਿਤ ਕੋਈ ਵੀ ਦਿੱਕਤ ਸਾਹਮਣੇ ਨਹੀਂ ਆਉਂਦੀ, ਪਰ ਵੀਕਐਂਡ ਦੌਰਾਨ ਇੱਥੇ ਦਿੱਕਤ ਆਉਂਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਵੀਕਐਂਡ ਮੌਕੇ ਜ਼ਿਆਦਾ ਸੰਗਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ। ਇੱਥੇ ਗੁਰੂ ਘਰ ਨੂੰ ਤੜਕੇ 4 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਖੋਲ੍ਹਿਆ ਜਾਂਦਾ ਹੈ। ਹੁਣ ਗੁਰਦੁਆਰਾ ਸਾਹਿਬ ਵਿੱਚ ਦਾਖਲੇ ਤੋਂ ਪਹਿਲਾਂ ਸਿਕਿਉਰਿਟੀ ਗਾਰਡ ਵੱਲੋਂ ਆਉਣ ਵਾਲਿਆਂ ਦਾ ਵੈਕਸੀਨੇਸ਼ਨ ਸਟੇਟਸ ਪੁੱਛਿਆ ਜਾਵੇਗਾ। ਪ੍ਰਧਾਨ ਸਾਹਿਬ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਵੀ ਵਿਕਲਪ ਨਹੀਂ ਦਿੱਤਾ ਜਾਵੇਗਾ। ਇਹ ਉਹਨਾਂ ਵੱਲੋਂ ਨਿਯਮ ਬਣਾਇਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਕੋਰੋਨਾ ਵਾਇਰਸ ਦੇ ਮਾਹੌਲ ਨੂੰ ਦੇਖਦਿਆਂ ਸੁਰੱਖਿਆ ਸਭ ਤੋਂ ਪਹਿਲਾਂ ਹੈ। ਗਿਆਨੀ ਜੀ ਨੇ ਕਿਹਾ ਕਿ ਨਵੇਂ ਸਾਲ ਦੇ ਮੌਕੇ ਉੱਤੇ ਜ਼ਿਆਦਾਤਰ ਲੋਕ ਗੁਰੂ ਘਰ ਵਿੱਚ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਜੇਕਰ ਇਸ ਮੌਕੇ ਤੇ ਤੁਸੀਂ ਗੁਰੂ ਘਰ ਦਰਸ਼ਨ ਕਰਨ ਵਾਸਤੇ ਆਉਣਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਵੈਕਸੀਨੇਟਡ ਹੋਵੋ। ਗੁਰੂ ਘਰ ਤੋਂ ਇਲਾਵਾ ਹੋਰ ਵੀ ਕਈ ਧਾਰਮਿਕ ਥਾਵਾਂ ਤੇ ਵੈਕਸੀਨੇਸ਼ਨ ਸਟੇਟਸ ਪੁੱਛਿਆ ਜਾਵੇਗਾ, ਜਿਸ ਬਾਰੇ ਬ੍ਰਿਟਿਸ਼ ਕੋਲੰਬੀਆ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਿੱਚ ਜੋ ਹਾਲਾਤ ਬਣੇ ਹੋਏ ਨੇ, ਜਿੱਥੇ ਹੜ੍ਹ ਦਾ ਪ੍ਰਭਾਵ ਅਜੇ ਵੀ ਦੇਖਿਆ ਜਾ ਰਿਹਾ ਹੈ। ਹੁਣ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ, ਉਸ ਮੁਤਾਬਕ ਬਾਰਿਸ਼ ਹਲਕੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ, ਪਰ ਦੂਜੇ ਪਾਸੇ ਕਈ ਖੇਤਰਾਂ ਬਾਰੇ ਅਜੇ ਵੀ ਚੇਤਾਵਨੀ ਜਾਰੀ ਕੀਤੀ ਹੋਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੀ ਹਨ ਤਾਜ਼ਾ ਹਾਲਾਤ, ਦੱਸਾਂਗੇ ਤੁਹਾਨੂੰ ਇਸ ਖਬਰ ਵਿੱਚ। ਮੌਸਮ ਸੰਬੰਧੀ ਸਦਰਨ ਬ੍ਰਿਟਿਸ਼ ਕੋਲੰਬੀਆ ਵਿੱਚ ਹਾਲਾਤ ਸੁਧਰਦੇ ਹੋਏ ਦਿਖਾਈ ਦੇ ਰਹੇ ਨੇ, ਪਰ ਅਜੇ ਵੀ ਕਈ ਹਿੱਸਿਆਂ ਵਾਸਤੇ ਫਲੱਡ ਵਾਰਨਿੰਗ ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਸਦਰਨ ਬ੍ਰਿਟਿਸ਼ ਕੋਲੰਬੀਆ 'ਚ ਜੋ ਇੱਕ ਤੀਸਰਾ ਵੱਡਾ ਤੂਫਾਨ ਆਇਆ, ਉਹ ਹੁਣ ਹੌਲੀ ਹੁੰਦਾ ਹੋਇਆ ਦਿਖਾਈ ਦਿੱਤਾ। ਦੂਜੇ ਪਾਸੇ ਫਰੇਜ਼ਰ ਵੈਲੀ ਅਤੇ ਕਈ ਹੋਰ ਇਲਾਕਿਆਂ ਵਾਸਤੇ ਅਜੇ ਵੀ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਨੇ। ਹਾਈਵੇ 99 ਤੋਂ ਮਡ ਸਲਾਈਡ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ। ਦੱਸੀਏ ਕਿ ਸੂਬੇ ਵਿੱਚ ਅਜੇ ਵੀ ਕਈ ਅਜਿਹੇ ਹਾਈਵੇ ਹਨ ਜਿਨ੍ਹਾਂ ਤੇ ਟਰੈਵਲ ਐਡਵਾਈਜ਼ਰੀ ਲਗਾਈਆਂ ਗਈਆਂ ਨੇ। ਹਾਈਵੇਜ਼ ਨੂੰ ਸਿਰਫ ਜ਼ਰੂਰੀ ਆਵਾਜਾਈ ਵਾਸਤੇ ਹੀ ਖੋਲ੍ਹਿਆ ਗਿਆ ਹੈ। ਇੱਥੇ ਮੌਸਮ ਦੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਮੈਟਰੋ ਵੈਨਕੂਵਰ ਅਤੇ ਫਲੱਡ ਰਿਵੇਲਡ ਫਰੇਜ਼ਰ ਵੈਲੀ ਨਾਲ ਵੈਸਟ ਕੋਸਟ ਐਕਸਪ੍ਰੈਸ ਟ੍ਰੇਨਸ ਰੱਦ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਟਰੈਕਸ ਤੇ ਮਡ ਸਲਾਈਡ ਦੇਖਣ ਨੂੰ ਮਿਲ ਰਹੀ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਇਹਨਾਂ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੋਕਵਾਇਲਾ, ਚਿਲਾਵੈਕ ਅਤੇ ਹੋਰ ਕਈ ਖੇਤਰਾਂ ਵਾਸਤੇ ਹੜ੍ਹ ਨਾਲ ਸੰਬੰਧਿਤ ਚੇਤਾਵਨੀ ਜਾਰੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਸਮੇਂ ਜੋ ਕਈ ਖੇਤਰਾਂ ਅੰਦਰ ਹਾਲਾਤ ਬਣੇ ਹੋਏ ਨੇ, ਇਸ ਬਾਰੇ ਲਗਾਤਾਰ ਅਪਡੇਟ ਸਾਂਝੀ ਕੀਤੀ ਜਾ ਰਹੀ ਹੈ। ਇੱਥੇ ਸਿੱਖ ਕਮਿਊਨਿਟੀ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜ਼ਰੂਰਤਮੰਦਾਂ ਤੱਕ ਖਾਣ ਪੀਣ ਦੀਆਂ ਚੀਜ਼ਾਂ ਅਤੇ ਜ਼ਰੂਰਤ ਦੀਆਂ ਚੀਜ਼ਾਂ ਵੀ ਪਹੁੰਚਾਈਆਂ ਜਾ ਰਹੀਆਂ ਨੇ, ਜਿਸ ਦੀ ਜਾਣਕਾਰੀ ਲਗਾਤਾਰ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਵੀ ਸਾਂਝੀ ਕੀਤੀ ਜਾ ਰਹੀ ਹੈ। ਸਰੀ ਤੋਂ ਇੱਕ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਤਾਜ਼ਾ ਅਪਡੇਟ ਦੱਸੀ ਗਈ। ਇਸ ਗੋਲੀਬਾਰੀ ਦੇ ਪੀੜਤ ਦੀ ਹੁਣ ਮੌਤ ਹੋ ਚੁੱਕੀ ਹੈ। ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜਦੋਂ ਇੱਕ 45 ਸਾਲਾ ਵਿਅਕਤੀ ਜੋ ਜ਼ਖਮੀ ਹੋਇਆ ਸੀ, ਉਸ ਨੂੰ ਉਸ ਸਮੇਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚ ਸਕੀ। ਸਰੀ ਤੋਂ ਜੋ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਦੇ ਪੀੜਤ ਦੀ ਮੌਤ ਹੋ ਗਈ ਹੈ।
ਸਰੀ ਦੇ ਇਸ ਵਿਅਕਤੀ ਨੂੰ ਵੈਲੀ ਦੇ ਘਰ ਅੰਦਰ ਗੋਲੀਆਂ ਮਾਰੀਆਂ ਗਈਆਂ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਹੁਣ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਮਾਮਲੇ ਸੰਬੰਧੀ ਜੋ ਜਾਂਚ ਕੀਤੀ ਗਈ ਉਸ ਵਿੱਚ ਪਤਾ ਚੱਲ ਰਿਹਾ ਹੈ ਕਿ ਇਹ ਮਾਮਲਾ ਟਾਰਗੇਟਡ ਹੈ। ਇਸ ਦੀ ਜਾਣਕਾਰੀ ਸਰੀ RCMP ਵੱਲੋਂ ਸਾਂਝੀ ਕੀਤੀ ਗਈ। ਹੁਣ ਇਸ ਘਟਨਾ ਦੀ ਜਾਂਚ ਕਰਨ ਸੰਬੰਧੀ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਬੁਲਾਇਆ ਗਿਆ, ਜਿਨ੍ਹਾਂ ਵੱਲੋਂ ਸਰੀ RCMP ਮੇਜਰ ਕ੍ਰਾਈਮ ਸੈਕਸ਼ਨ ਨਾਲ ਮਿਲ ਕੇ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ। ਜਾਣਕਾਰੀ ਲਈ ਦੱਸ ਦਈਏ ਕਿ ਗੋਲੀਬਾਰੀ ਦਾ ਮਾਮਲਾ 137 ਸਟਰੀਟ ਦੇ 9600 ਬਲਾਕ ਤੋਂ ਸਾਹਮਣੇ ਆਇਆ, ਜਿੱਥੇ ਤੜਕੇ 3 ਵਜੇ ਦੇ ਕਰੀਬ ਇੱਕ 45 ਸਾਲਾ ਵਿਅਕਤੀ ਨੂੰ ਗੋਲੀ ਮਾਰੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਹਿਲਾਂ ਇਸ ਵਿਅਕਤੀ ਨੂੰ ਜ਼ਖਮੀ ਹਾਲਤ 'ਚ ਰਾਇਲ ਕੋਲੰਬੀਅਨ ਹਸਪੀਟਲ ਭਰਤੀ ਕਰਵਾਇਆ ਗਿਆ ਸੀ, ਪਰ ਹਸਪਤਾਲ ਵਿੱਚ ਉਸ ਦੀ ਜਾਨ ਨਹੀਂ ਬਚ ਸਕੀ। ਦੱਸ ਦਈਏ ਕਿ ਸਰੀ ਤੋਂ ਹੁਣ ਤੱਕ 48 ਗੋਲੀਬਾਰੀ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 10 ਹੋਮਿਸਾਈਡ ਦੇ ਮਾਮਲੇ ਦੱਸੇ ਜਾ ਰਹੇ ਹਨ, ਜੋ ਕਿ ਇਸ ਸਾਲ ਦੌਰਾਨ ਦਰਜ ਕੀਤੇ ਗਏ। ਪਿਛਲੇ ਸਾਲ ਇਹਨਾਂ ਦੀ ਗਿਣਤੀ 12 ਅਤੇ 2019 ਵਿੱਚ 21 ਦੱਸੀ ਗਈ। 2018 ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਦੌਰਾਨ 15 ਹੋਮਿਸਾਈਡ ਦੇ ਮਾਮਲੇ ਸਾਹਮਣੇ ਆਏ ਸਨ। ਸਰੀ ਵਿੱਚ ਸਰੀ ਪੁਲਿਸ ਸਰਵਿਸ ਵੱਲੋਂ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਸਰੀ ਪੁਲਿਸ ਦੇ ਕਿੰਨਾ ਖਰਚ ਆਉਣ ਵਾਲਾ ਹੈ। ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਵਿੱਚ ਦੱਸਿਆ ਗਿਆ ਹੈ ਕਿ ਇਸ ਸਾਲ ਕਿੰਨਾ ਖਰਚਾ ਆਏਗਾ ਤੇ ਬਾਅਦ ਦੇ ਵਿੱਚ ਅਗਲੇ ਕੁਝ ਸਾਲਾਂ ਦੌਰਾਨ ਕਿੰਨਾ ਖਰਚ ਆਉਣ ਵਾਲਾ ਹੈ। ਇਸ ਦੇ ਨਾਲ ਵੀ ਰਿਪੋਰਟ ਦੇ ਰਾਹੀਂ ਜਾਣੂ ਕਰਵਾਇਆ ਗਿਆ। ਇਸ ਸਾਲ ਸਰੀ ਪੁਲਿਸ ਟ੍ਰਾਂਜੈਕਸ਼ਨ ਤੇ ਕਿੰਨਾ ਖਰਚਾ ਆਵੇਗਾ, ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਸਾਲ ਇਸ ਦੇ ਉੱਪਰ $17.2 ਮਿਲੀਅਨ ਤੱਕ ਦਾ ਖਰਚ ਆਉਣ ਵਾਲਾ ਹੈ। 2020 ਤੋਂ ਲੈ ਕੇ 2024 ਤੱਕ ਇਸ ਦੀ ਗਿਣਤੀ $64 ਮਿਲੀਅਨ ਦੇ ਕਰੀਬ ਦੱਸੀ ਗਈ ਹੈ। ਜਾਣਕਾਰੀ ਮੁਤਾਬਕ ਸਾਲ 2021 ਦੌਰਾਨ ਇਸ ਪ੍ਰੋਜੈਕਟ ਤੇ $17.2 ਮਿਲੀਅਨ ਖਰਚ ਕੀਤੇ ਜਾਣਗੇ। ਇਸ ਬਾਰੇ ਹੈੱਡ ਆਫ ਵੋਰਡਸ ਫਾਈਨਾਂਸ ਕਮੇਟੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਵਿੱਚੋਂ $4.4 ਮਿਲੀਅਨ ਸੈਲਰੀਜ਼ ਅਤੇ ਬੈਨੀਫਿਟ ਵਾਸਤੇ ਰੱਖੇ ਗਏ ਨੇ ਤੇ $2 ਲੱਖ ਬਾਕੀ ਖਰਚਿਆਂ ਵਾਸਤੇ ਰੱਖੇ ਗਏ ਹਨ। ਸਤੰਬਰ 30 ਤੱਕ 120 ਕਰਮਚਾਰੀ ਹਾਇਰ ਕੀਤੇ ਗਏ, ਜਿਸ ਦੇ ਬਾਰੇ ਡਿਪਾਰਟਮੈਂਟ ਨੇ ਜਾਣਕਾਰੀ ਸਾਂਝੀ ਕੀਤੀ। ਦੱਸ ਦਈਏ ਕਿ ਸਰੀ ਵਿੱਚ ਹੁਣ ਸਰੀ ਪੁਲਿਸ ਸਰਵਿਸ ਵੱਲੋਂ ਆਪਣੀਆਂ ਸੇਵਾਵਾਂ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਹਨਾਂ ਵੱਲੋਂ RCMP ਨਾਲ ਮਿਲ ਕੇ ਆਪਣੀਆਂ ਸੇਵਾਵਾਂ ਦੇਣ ਦੀ ਸ਼ੁਰੂਆਤ ਕੀਤੀ ਗਈ। ਸਰੀ ਪੁਲਿਸ ਸਰਵਿਸ ਵੱਲੋਂ ਹੌਲੀ-ਹੌਲੀ ਕਰਕੇ ਗਰੁੱਪ ਸਰੀ ਵਿੱਚ ਉਤਾਰੇ ਜਾਣਗੇ, ਜਿਨ੍ਹਾਂ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਹਾਲ ਹੀ 'ਚ ਸਰੀ ਪੁਲਿਸ ਵਿਭਾਗ ਵੱਲੋਂ ਇੱਕ ਨਿਊਜ਼ ਰਿਲੀਜ਼ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਸੀ ਕਿ ਹੁਣ ਸਰੀ ਪੁਲਿਸ ਸਰਵਿਸ ਵੱਲੋਂ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਬੂਸਟਰ ਸ਼ਾਟ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਅਲਬਰਟਾ ਤੋਂ ਵੀ ਕੋਰੋਨਾ ਵਾਇਰਸ ਦੇ ਇਸ ਤੀਸਰੇ ਟੀਕੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿਸ ਵਿੱਚ ਦੱਸਿਆ ਗਿਆ ਕਿ ਕੌਣ ਇਸ ਦੇ ਤਹਿਤ ਹੁਣ ਐਲੀਜੀਬਲ ਹੋਣਗੇ। ਦੱਸ ਦਈਏ ਕਿ ਜ਼ਰੂਰੀ ਹੈ ਕਿ ਤੁਹਾਡੇ ਕੋਵਿਡ-19 ਵੈਕਸੀਨ ਦਾ ਦੂਸਰਾ ਡੋਜ਼ 6 ਮਹੀਨੇ ਪਹਿਲਾਂ ਲੱਗਾ ਹੋਣਾ ਚਾਹੀਦਾ ਹੈ, ਤਾਂ ਹੀ ਤੁਸੀਂ ਬੂਸਟਰ ਸ਼ਾਟ ਹਾਸਲ ਕਰ ਸਕਦੇ ਹੋ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਬੂਸਟਰ ਸ਼ਾਟ ਨੂੰ ਲੈ ਕੇ ਵੀ ਲਗਾਤਾਰ ਚਰਚਾ ਛਿੜ ਰਹੀ ਹੈ। ਕਈ ਸੂਬਿਆਂ ਵੱਲੋਂ ਇਸ ਬੂਸਟਰ ਸ਼ਾਟ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਅਲਬਰਟਾ ਤੋਂ ਵੀ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਦੇ ਮੁਤਾਬਕ ਅਲਬਰਟਾ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਵੈਕਸੀਨ ਬੂਸਟਰ ਸ਼ਾਟ ਆਫਰ ਕੀਤਾ ਜਾਵੇਗਾ। ਅਲਬਰਟਾ ਵੱਲੋਂ ਆਪਣੀ ਬੂਸਟਰ ਸ਼ਾਟ ਐਲੀਜੀਬਿਲਟੀ ਨੂੰ ਐਕਸਪੈਂਡ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਬਾਰੇ ਸਿਹਤ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਸਿਹਤ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸੋਮਵਾਰ ਤੋਂ 60 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਕੋਵਿਡ-19 ਬੂਸਟਰ ਆਫਰ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਉਮਰ ਵਰਗ ਨਾਲ ਸੰਬੰਧਿਤ ਅਲਬਰਟਾ ਵਾਸੀ ਅੱਜ ਤੋਂ ਬੂਸਟਰ ਸ਼ਾਟ ਵਾਸਤੇ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਧਿਆਨ ਦੇਣ ਯੋਗ ਗੱਲ ਹੈ ਕਿ ਜਿਨ੍ਹਾਂ ਨੇ ਵੀ ਬੂਸਟਰ ਸ਼ਾਟ ਹਾਸਲ ਕਰਨਾ ਹੈ, ਉਹਨਾਂ ਵਾਸਤੇ ਜ਼ਰੂਰੀ ਹੈ ਕਿ ਕੋਰੋਨਾ ਵੈਕਸੀਨ ਦਾ ਦੂਸਰਾ ਸ਼ਾਟ 6 ਮਹੀਨੇ ਪਹਿਲਾਂ ਲੱਗਾ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਬੂਸਟਰ ਸ਼ਾਟ ਲਗਵਾਇਆ ਜਾ ਸਕਦਾ ਹੈ। We consider the emerging evidence and recommendations from the Alberta Advisory Committee on Immunization and along with Omicron's variant's arrival. And I'm pleased to announce that we're expanding access to booster shots to all Albertans aged 18 and older. People will be eligible when 6 months have passed from their second dose, and the rollout will move forward in stages. The next stage will be Albertans age 60 and older who will be eligible for third doses beginning next Monday, December the 6th. We're offering third doses to older people first, as we did with first and second doses, because older people are at an increased risk of severe outcomes from COVID-19. Appointments will open tomorrow for anyone in this age range who received their second dose at least 6 months ago, and they can receive their third dose as early as Monday next week. As a reminder, eligibility for boosters is based on birth date.
So we ask you to please wait until you turn 60 to book an appointment. Going forward, we will open up bookings to additional age groups as long as we have supply. We anticipate that bookings for all adults age 18 and over will be open by early next year, but the exact timing will depend on the volume of appointments booked and the availability of vaccine supply. Booster doses will be administered by appointment and walk-ins at some sites. Appointments will be available at more than 1,400 pharmacies across the province, as well as AHS sites and participating physician clinics and clinics on reserve. I want to remind you that booster doses continue to be available for all groups we previously announced, and these include Albertans 70 and older, those in continuing care and other congregate living settings, First Nation, Métis, and Inuit people who are age 18 and older, healthcare workers who received their second dose less than 8 weeks after their first, ਨਿਊ ਬਰਨਸਵਿਕ ਤੋਂ ਮਿਨੀਮਮ ਵੇਜ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਕਾਫੀ ਲੰਬੇ ਸਮੇਂ ਬਾਅਦ ਮਿਨੀਮਮ ਵੇਜ ਵਿੱਚ ਜ਼ਿਆਦਾ ਵਾਧਾ ਕੀਤਾ ਗਿਆ ਹੈ। ਨਿਊ ਬਰਨਸਵਿਕ ਤੋਂ ਜੋ ਜਾਣਕਾਰੀ ਸਾਹਮਣੇ ਆਈ ਉਸ ਮੁਤਾਬਕ $2 ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਮਿਨੀਮਮ ਵੇਜ ਵਿੱਚ ਵਾਧਾ ਕੀਤਾ ਗਿਆ। ਨਿਊ ਬਰਨਸਵਿਕ ਵਿੱਚ ਅਜਿਹਾ 40 ਸਾਲਾਂ ਦੌਰਾਨ ਪਹਿਲੀ ਵਾਰ ਹੋਇਆ ਜਦੋਂ ਮਿਨੀਮਮ ਵੇਜ ਵਿੱਚ ਜ਼ਿਆਦਾ ਵਾਧਾ ਕੀਤਾ ਗਿਆ ਹੋਵੇ। ਇੱਥੋਂ ਦੀ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ 2022 ਦੌਰਾਨ ਮਿਨੀਮਮ ਵੇਜ ਵਿੱਚ $2 ਪ੍ਰਤੀ ਘੰਟੇ ਦੇ ਹਿਸਾਬ ਨਾਲ ਵਾਧਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਸੂਬੇ ਵਿੱਚ 1980 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਮਿਨੀਮਮ ਵੇਜ ਵਿੱਚ ਇੰਨਾ ਵਾਧਾ ਦਰਜ ਕੀਤਾ ਗਿਆ ਹੋਵੇ। ਅਪ੍ਰੈਲ ਮਹੀਨੇ ਦੌਰਾਨ ਵਾਧਾ $1 ਪ੍ਰਤੀ ਘੰਟਾ ਸੀ। ਅਕਤੂਬਰ ਵਿੱਚ $1 ਪ੍ਰਤੀ ਘੰਟਾ ਹਿਸਾਬ ਨਾਲ ਵਾਧਾ ਕੀਤਾ ਗਿਆ। ਇਸ ਬਾਰੇ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਗਿਆ ਕਿ ਸਰਕਾਰ ਵੱਲੋਂ ਜੋ ਇਹ ਮਿਨੀਮਮ ਵੇਜ ਵਿੱਚ ਵਾਧੇ ਦਾ ਫੈਸਲਾ ਕੀਤਾ ਗਿਆ, ਇਹ ਫੈਸਲਾ ਛੋਟੇ ਕਾਰੋਬਾਰਾਂ ਦੇ ਹੱਕ ਵਿੱਚ ਕੀਤਾ ਗਿਆ ਹੈ ਤਾਂ ਕਿ ਉਹਨਾਂ ਨੂੰ ਸਹਾਇਤਾ ਮਿਲ ਸਕੇ। ਕਰੋਨਾ ਪੈਂਡੈਮਿਕ ਦਾ ਛੋਟੇ ਕਾਰੋਬਾਰਾਂ ਉੱਤੇ ਕਾਫੀ ਬੁਰਾ ਪ੍ਰਭਾਵ ਪਿਆ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਇਹ ਕਦਮ ਚੁੱਕਿਆ ਜਾ ਰਿਹਾ ਹੈ। ਫੈਡਰੇਸ਼ਨ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸੂਬੇ 'ਚ ਕਈ ਅਜਿਹੇ ਛੋਟੇ ਕਾਰੋਬਾਰ ਨੇ ਜਿਹੜੇ ਨਾਰਮਲ ਰੈਵਨਿਊਜ਼ ਤੇ ਨੇ ਤੇ ਬਹੁਤ ਸਾਰੇ ਅਜਿਹੇ ਵੀ ਹਨ ਜਿਨ੍ਹਾਂ ਨੂੰ ਘਾਟਾ ਸਹਿਣਾ ਪੈ ਰਿਹਾ ਹੈ। ਓਨਟਾਰੀਓ ਤੋਂ ਬੂਸਟਰ ਸ਼ਾਟ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਹੁਣ ਐਲੀਜੀਬਿਲਟੀ ਬਾਰੇ ਤਾਜ਼ਾ ਜਾਣਕਾਰੀ ਦਿੱਤੀ ਗਈ। ਓਨਟਾਰੀਓ ਵਿੱਚ 50 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਹੁਣ ਬੂਸਟਰ ਸ਼ਾਟ ਲਗਾਇਆ ਜਾਏਗਾ, ਜਿਸ ਵਾਸਤੇ ਉਹ ਅਪਾਇੰਟਮੈਂਟ ਬੁੱਕ ਕਰ ਸਕਦੇ ਨੇ। ਓਨਟਾਰੀਓ ਵਿੱਚ ਬੂਸਟਰ ਸ਼ਾਟ ਕੌਣ ਹਾਸਲ ਕਰ ਸਕਦੇ ਨੇ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਓਨਟਾਰੀਓ ਵੱਲੋਂ ਕੋਰੋਨਾ ਵਾਇਰਸ ਦੇ ਤੀਜੇ ਟੀਕੇ ਦੀ ਐਲੀਜੀਬਿਲਟੀ ਨੂੰ ਘੱਟ ਕੀਤਾ ਗਿਆ, ਜਿਸ ਮੁਤਾਬਕ ਹੁਣ 50 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਇਹ ਬੂਸਟਰ ਸ਼ਾਟ ਲਗਾਇਆ ਜਾਵੇਗਾ। ਇਸ ਬਾਰੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਦੀ ਸ਼ੁਰੂਆਤ 13 ਦਸੰਬਰ ਤੋਂ ਹੋਣ ਜਾ ਰਹੀ ਹੈ, ਜਿਸ ਮੁਤਾਬਕ 50 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਜਿਨ੍ਹਾਂ ਨੇ ਕੋਰੋਨਾ ਟੀਕੇ ਦਾ ਦੂਸਰਾ ਸ਼ਾਟ 6 ਮਹੀਨੇ ਪਹਿਲਾਂ ਹਾਸਲ ਕੀਤਾ ਸੀ, ਉਹ ਹੁਣ ਬੂਸਟਰ ਸ਼ਾਟ ਲਗਾ ਸਕਣਗੇ। ਇਸ ਬਾਰੇ ਹੋਰ ਓਨਟਾਰੀਓ ਤੋਂ ਕੀ ਜਾਣਕਾਰੀ ਸਾਹਮਣੇ ਆਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। 6 months after their last dose can get their third dose. We don't want people booking months ahead. We would like to be able to make just-in-time delivery of the vaccines following capacity and ensure we offer timely access when we have capacity and not having to rebook when we've built or find extra capacity in the system. So I hope you'll bear with us. It'll be staged and phased, monitoring our throughput, maximizing benefit to Ontarians, and following science. We don't expect 100% loss in the efficacy of the vaccine against Omicron. There are over 30 mutations to the spike protein being the main antigen that's being used to develop immunity in all vaccine products. And so all of us are paying very close attention to how much those 30 or so mutations in the spike protein will affect the effectiveness of the vaccine. That science is not out yet, but we certainly think there'll be some evidence of protection. And so giving maximum benefit to our current existing vaccines through third dose strategies will, I hope, continue to protect Ontarians against the risk of Omicron and best protects us. ਓਨਟਾਰੀਓ ਤੋਂ ਓਮਿਕਰੌਨ ਵੇਰੀਐਂਟ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ, ਜਿਸ ਦੀ ਪੁਸ਼ਟੀ ਕੀਤੀ ਗਈ ਹੈ। ਓਨਟਾਰੀਓ ਤੋਂ ਹੁਣ ਤੱਕ ਕੁੱਲ 5 ਨਵੇਂ ਵੇਰੀਐਂਟ ਨਾਲ ਸੰਬੰਧਿਤ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਓਨਟਾਰੀਓ ਤੋਂ ਇੱਕ ਹੋਰ ਓਮਿਕਰੌਨ ਵੇਰੀਐਂਟ ਨਾਲ ਸੰਬੰਧਿਤ ਮਾਮਲੇ ਦੀ ਪੁਸ਼ਟੀ ਹੋਈ ਹੈ, ਜਿਸ ਬਾਰੇ ਦੁਹਰਮ ਰੀਜਨ ਦੇ ਹੈਲਥ ਆਫੀਸ਼ੀਅਲਸ ਨੇ ਜਾਣਕਾਰੀ ਸਾਂਝੀ ਕੀਤੀ।
ਦੌਰਾਨ ਰੀਜਨ ਦੇ ਹੈਲਥ ਆਫੀਸਰਸ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਇੱਥੇ 5ਵਾਂ ਓਮਿਕਰੌਨ ਵੇਰੀਐਂਟ ਨਾਲ ਸੰਬੰਧਿਤ ਮਾਮਲਾ ਰਿਕਾਰਡ ਕੀਤਾ ਗਿਆ। ਹੁਣ ਇਸ ਬਾਰੇ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਇਹ ਜੋ ਵਿਅਕਤੀ ਇਸ ਵੇਰੀਐਂਟ ਨਾਲ ਪੋਜ਼ਿਟਿਵ ਪਾਇਆ ਗਿਆ ਉਹ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਇਆ ਜਿਹੜਾ ਸਦਰਨ ਅਫਰੀਕਾ ਤੋਂ ਕੈਨੇਡਾ ਵਿੱਚ ਆਇਆ ਹੈ। ਫਿਲਹਾਲ ਸਿਹਤ ਡਿਪਾਰਟਮੈਂਟ ਵੱਲੋਂ ਹੋਰ ਵੀ ਕਈ तमाम ਮਾਮਲਿਆਂ ਦੇ ਉੱਪਰ ਨਜ਼ਰ ਬਣਾਈ ਹੋਈ ਹੈ ਤੇ ਉਹਨਾਂ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਸੇ ਹਫ਼ਤੇ ਪਹਿਲਾਂ ਓਨਟਾਰੀਓ ਤੋਂ 4 ਓਮਿਕਰੌਨ ਵੇਰੀਐਂਟ ਨਾਲ ਸੰਬੰਧਿਤ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਜਾਣਕਾਰੀ ਮੁਤਾਬਕ ਸਦਰਨ ਅਫਰੀਕਾ ਤੋਂ ਓਨਟਾਰੀਓ ਵਿੱਚ 400 ਜਾਣੇ ਆਏ ਜਿਨ੍ਹਾਂ ਦਾ ਨਿਗਰਾਨੀ ਨਾਲ ਟੈਸਟ ਕੀਤਾ ਗਿਆ, ਜਿਸ ਵਿੱਚੋਂ 4 ਜਾਣੇ ਨਵੇਂ ਵੇਰੀਐਂਟ ਨਾਲ ਪੋਜ਼ਿਟਿਵ ਪਾਏ ਗਏ ਸਨ। ਇਨ੍ਹਾਂ ਸਾਰਿਆਂ ਨੂੰ ਸੈਲਫ ਆਈਸੋਲੇਸ਼ਨ ਵਿੱਚ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਓਮਿਕਰੌਨ ਵੇਰੀਐਂਟ ਸਾਊਥ ਅਫਰੀਕਾ ਦੇ ਵਿੱਚ ਪਾਇਆ ਗਿਆ, ਜਿਸ ਤੋਂ ਬਾਅਦ ਹੁਣ ਬਾਕੀ ਦੇਸ਼ਾਂ ਵਿੱਚ ਵੀ ਇਸ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਕੈਨੇਡਾ ਵਿੱਚ ਵੀ ਇਸ ਨਾਲ ਸੰਬੰਧਿਤ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਓਨਟਾਰੀਓ ਵੱਲੋਂ ਹੁਣ ਇੱਕ ਨਵੇਂ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇੱਥੇ ਇੱਕ ਹੋਰ ਮਾਮਲਾ ਓਮਿਕਰੌਨ ਵੇਰੀਐਂਟ ਨਾਲ ਸੰਬੰਧਿਤ ਦਰਜ ਕੀਤਾ ਗਿਆ। ਉਧਰ ਦੂਜੇ ਪਾਸੇ ਕੈਨੇਡਾ ਵੱਲੋਂ ਇਸ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਸਖਤੀਆਂ ਵੀ ਕੀਤੀਆਂ ਜਾ ਰਹੀਆਂ ਨੇ। ਕੈਨੇਡਾ ਵੱਲੋਂ ਅਫਰੀਕੀ ਦੇਸ਼ਾਂ ਉੱਪਰ ਯਾਤਰਾ ਸੰਬੰਧੀ ਰੋਕ ਲਗਾਈ ਗਈ ਹੈ ਤਾਂ ਕਿ ਇਸ ਵੇਰੀਐਂਟ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਦੂਜੇ ਪਾਸੇ ਹੁਣ ਬੂਸਟਰ ਸ਼ਾਟ ਨੂੰ ਲੈ ਕੇ ਵੀ ਲਗਾਤਾਰ ਚਰਚਾ ਹੋ ਰਹੀ ਹੈ। ਕਈ ਪ੍ਰੋਵਿੰਸਸ ਵੱਲੋਂ ਬੂਸਟਰ ਸ਼ਾਟ ਲਗਾਉਣ ਵਾਸਤੇ ਅਪੀਲ ਕੀਤੀ ਜਾ ਰਹੀ ਹੈ। ਓਨਟਾਰੀਓ ਵੱਲੋਂ ਇਸਲਾਮੋਫੋਬੀਆ ਖਿਲਾਫ ਸਖਤ ਕਦਮ ਚੁੱਕਿਆ ਜਾ ਰਿਹਾ ਹੈ, ਜਿੱਥੇ ਹੁਣ ਇੱਕ ਨਵੀਂ ਵੈਬਸਾਈਟ ਤਿਆਰ ਕੀਤੀ ਗਈ ਹੈ। ਇਸ ਵੈਬਸਾਈਟ ਦਾ ਮਕਸਦ ਹੋਵੇਗਾ ਤਾਂ ਕਿ ਵਿਦਿਆਰਥੀ ਅਤੇ ਅਧਿਆਪਕ ਇਸਲਾਮੋਫੋਬੀਆ ਦੇ ਖਿਲਾਫ ਲੜਨ ਦਾ ਹੱਲ ਕੱਢ ਸਕਣ। ਇਸ ਬਾਰੇ ਵਧੇਰੇ ਜਾਣਕਾਰੀ ਦੱਸਾਂਗੇ ਤੁਹਾਨੂੰ ਇਸ ਖਬਰ ਵਿੱਚ। ਓਨਟਾਰੀਓ ਵਿੱਚ ਇੱਕ ਨਵਾਂ ਆਨਲਾਈਨ ਪਲੇਟਫਾਰਮ ਸ਼ੁਰੂ ਕੀਤਾ ਗਿਆ ਹੈ। ਇਸ ਨਵੇਂ ਆਨਲਾਈਨ ਪਲੇਟਫਾਰਮ ਦੀ ਸ਼ੁਰੂਆਤ ਇਸ ਕਰਕੇ ਕੀਤੀ ਗਈ ਤਾਂ ਕਿ ਓਨਟਾਰੀਓ ਦੇ ਸਕੂਲਾਂ ਵਿੱਚ ਇਸਲਾਮੋਫੋਬੀਆ ਨਾਲ ਲੜਨ ਵਾਸਤੇ ਮਦਦ ਮਿਲ ਸਕੇ। ਹੁਣ ਸਕੂਲਾਂ ਵਿੱਚ ਇਸਲਾਮੋਫੋਬੀਆ ਨਾਲ ਲੜਨ ਵਾਸਤੇ ਓਨਟਾਰੀਓ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਾਸਤੇ ਇੱਕ ਆਨਲਾਈਨ ਟੂਲਸ ਤਿਆਰ ਕੀਤਾ ਗਿਆ। ਇਹ ਵਿਸ਼ੇਸ਼ ਵੈਬਸਾਈਟ ਮੁਸਲਿਮ ਐਸੋਸੀਏਸ਼ਨ ਆਫ ਕੈਨੇਡਾ ਵੱਲੋਂ ਤਿਆਰ ਕੀਤੀ ਗਈ ਹੈ। ਇਸ ਵੈਬਸਾਈਟ ਵਿੱਚ 3 ਕੋਰਸ, 4 ਵਰਕਸ਼ਾਪ ਅਤੇ 6 ਘੰਟੇ ਦੀਆਂ ਵੀਡੀਓਜ਼ ਸ਼ਾਮਿਲ ਕੀਤੀਆਂ ਗਈਆਂ ਹਨ। ਇਹਨਾਂ ਵੀਡੀਓਜ਼ ਦੇ ਰਾਹੀਂ ਇਸਲਾਮੋਫੋਬੀਆ ਨਾਲ ਨਜਿੱਠਣ ਦਾ ਹੱਲ ਕੱਢਿਆ ਜਾਵੇਗਾ। ਇਸ ਵੈਬਸਾਈਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਐਸੋਸੀਏਸ਼ਨ ਦੀ ਟੀਮ ਮੈਂਬਰ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਵਾਂ ਪਲੇਟਫਾਰਮ ਇਸਲਾਮੋਫੋਬੀਆ ਨਾਲ ਲੜਨ ਲਈ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਕਦਮ ਨਾਲ ਬਦਲਾਵ ਜ਼ਰੂਰ ਆਵੇਗਾ। ਦੱਸ ਦਈਏ ਕਿ ਜੁਲਾਈ ਮਹੀਨੇ ਦੌਰਾਨ ਫੈਡਰਲ ਸਰਕਾਰ ਨੇ ਇਸਲਾਮੋਫੋਬੀਆ ਬਾਰੇ ਇੱਕ ਸੰਮੇਲਨ ਦਾ ਆਯੋਜਨ ਕੀਤਾ ਸੀ। ਦਰਅਸਲ ਓਨਟਾਰੀਓ ਦੇ ਸ਼ਹਿਰ ਵਿੱਚ ਇੱਕ ਮੁਸਲਿਮ ਪਰਿਵਾਰ ਨੂੰ ਗੱਡੀ ਥੱਲੇ ਦਰੜਨ ਦਾ ਇੱਕ ਭਿਆਨਕ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਸਰਕਾਰ ਵੱਲੋਂ ਇੱਕ ਸੰਮੇਲਨ ਦਾ ਆਯੋਜਨ ਕੀਤਾ ਗਿਆ। ਲੰਡਨ ਦੀ ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਅਤੇ ਇੱਕ 9 ਸਾਲ ਦਾ ਬੱਚਾ ਗੰਭੀਰ ਜ਼ਖਮੀ ਹੋਇਆ ਸੀ। ਪਿਛਲੇ ਕੁਝ ਸਮੇਂ ਤੋਂ ਮੁਸਲਿਮਾਂ ਦੇ ਖਿਲਾਫ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਅਜਿਹਾ ਮਾਮਲਾ ਐਲਬਰਟਾ ਤੋਂ ਵੀ ਸਾਹਮਣੇ ਆਇਆ ਸੀ, ਜਿੱਥੇ ਹਿਜਾਬ ਪਾਉਣ ਵਾਲੀ ਇੱਕ ਮੁਸਲਿਮ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ। ਸਤੰਬਰ ਮਹੀਨੇ ਦੌਰਾਨ ਟੋਰਾਂਟੋ ਤੋਂ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਮਸਜਿਦ ਦੇ ਬਾਹਰ ਬੈਠੇ ਸ਼ਖਸ ਨੂੰ ਚਾਕੂ ਮਾਰ ਕੇ ਹਮਲਾ ਕੀਤਾ ਗਿਆ। ਦੱਸ ਦਈਏ ਕਿ ਮੁਸਲਿਮ ਐਸੋਸੀਏਸ਼ਨ ਆਫ ਕੈਨੇਡਾ ਨੂੰ ਓਨਟਾਰੀਓ ਸਰਕਾਰ ਵੱਲੋਂ ਜੂਨ ਮਹੀਨੇ ਦੌਰਾਨ $2,25,000 ਦੀ ਗ੍ਰਾਂਟ ਦਿੱਤੀ ਗਈ ਸੀ ਤਾਂ ਕਿ ਇਸ ਵੈਬਸਾਈਟ ਨੂੰ ਤਿਆਰ ਕੀਤਾ ਜਾ ਸਕੇ ਅਤੇ ਹੁਣ ਇਸ ਵੈਬਸਾਈਟ ਨੂੰ ਲਿਆਂਦਾ ਗਿਆ ਹੈ, ਜਿਸ ਨਾਲ ਮਦਦ ਮਿਲੇਗੀ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਸੂਬਿਆਂ ਵਿੱਚ ਕਿੰਨੇ ਮਾਮਲੇ ਦਰਜ ਕੀਤੇ ਗਏ, ਕੀ ਹਾਲਾਤ ਬਣੇ ਹੋਏ ਨੇ, ਕੀ ਹੈ ਕੇਸਿਸ ਓਵਰਵਿਊ, ਦੱਸਾਂਗੇ ਤੁਹਾਨੂੰ ਇਸ ਖਬਰ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 900 ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਇਨ੍ਹਾਂ 24 ਘੰਟਿਆਂ ਦੌਰਾਨ ਇੱਥੇ 7 ਮੌਤਾਂ ਇਸ ਵਾਇਰਸ ਕਾਰਨ ਹੋਈਆਂ ਨੇ। ਸੂਬੇ ਵਿੱਚ ਹੁਣ ਤੱਕ ਕੁੱਲ 6,20,229 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਹੜੇ 24 ਘੰਟਿਆਂ ਦੌਰਾਨ ਕੇਸਿਸ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ 446 ਅਨਵੈਕਸੀਨੇਟਡ, 23 ਪਾਰਸ਼ਲੀ ਵੈਕਸੀਨੇਟਡ ਅਤੇ 229 ਫੁੱਲੀ ਵੈਕਸੀਨੇਟਡ ਸ਼ਾਮਲ ਨੇ। ਟੋਰਾਂਟੋ ਤੋਂ 24 ਘੰਟਿਆਂ ਦੌਰਾਨ 118, ਵਿੰਡਸਰ ਤੋਂ 91, ਪੀਰ ਰੀਜਨ ਤੋਂ 75, ਔਟਵਾ ਤੋਂ 59, ਯਾਰਕ ਰੀਜਨ ਤੋਂ 53 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸੂਬੇ ਵਿੱਚ ਹੁਣ ਤੱਕ ਕੁੱਲ 10,012 ਦੇ ਕਰੀਬ ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਇੱਥੇ ਰਿਕਵਰਡ ਕੇਸਿਸ ਦੀ ਗਿਣਤੀ 6,03,285 ਹੈ ਤੇ ਐਕਟਿਵ ਕੇਸਿਸ ਦਾ ਅੰਕੜਾ 6,932 ਦੇ ਕਰੀਬ ਦੱਸਿਆ ਗਿਆ। ਹਸਪਤਾਲ ਵਿੱਚ 291 ਮਰੀਜ਼ ਹਨ ਤੇ ਇੰਟੈਂਸਿਵ ਕੇਅਰ ਅਧੀਨ 155 ਮਰੀਜ਼ਾਂ ਦੀ ਗਿਣਤੀ ਦੱਸੀ ਗਈ ਹੈ। ਦੱਸ ਦਈਏ ਕਿ ਪ੍ਰੋਵਿੰਸ ਵਿੱਚ ਵੱਧ ਗਿਣਤੀ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਅਤੇ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕਰ ਲਈਆਂ ਗਈਆਂ ਨੇ।
ਦੂਜੇ ਪਾਸੇ ਇਹ ਵੀ ਜਾਣਕਾਰੀ ਦੇ ਦਈਏ ਕਿ ਓਨਟਾਰੀਓ ਤੋਂ 5ਵੇਂ ਓਮਿਕਰੌਨ ਵੇਰੀਐਂਟ ਨਾਲ ਜੁੜੇ ਹੋਏ ਮਾਮਲੇ ਦੀ ਵੀ ਪੁਸ਼ਟੀ ਹੋ ਗਈ ਹੈ। ਕਿਊਬੈਕ ਤੋਂ ਇੱਕ ਵਾਰ ਫਿਰ ਤੋਂ 1000 ਤੋਂ ਵੱਧ ਮਾਮਲੇ ਦਰਜ ਕੀਤੇ ਗਏ। 24 ਘੰਟਿਆਂ ਦੌਰਾਨ 1146 ਮਾਮਲਿਆਂ ਦੀ ਪੁਸ਼ਟੀ ਹੋਈ ਤੇ 24 ਘੰਟਿਆਂ ਦੌਰਾਨ 2 ਨਵੀਆਂ ਮੌਤਾਂ ਇਸ ਵਾਇਰਸ ਕਾਰਨ ਹੋਈਆਂ ਨੇ। ਸੂਬੇ 'ਚ ਹੁਣ ਤੱਕ ਕੁੱਲ 4,50,513 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 11,583 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਹਸਪਤਾਲ ਵਿੱਚ 227 ਮਰੀਜ਼ ਨੇ ਤੇ 53 ਇੰਟੈਂਸਿਵ ਕੇਅਰ ਅਧੀਨ ਦੱਸੇ ਗਏ। ਇਸ ਸੂਬੇ ਵਿੱਚ 85% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 81% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕੀਤੀਆਂ ਜਾ ਚੁੱਕੀਆਂ ਨੇ। ਕੈਨੇਡਾ 'ਚ ਹੁਣ ਤੱਕ ਕੁੱਲ 1.7 ਮਿਲੀਅਨ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 29,723 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਐਕਟਿਵ ਕੇਸਿਸ ਦੀ ਗਿਣਤੀ 26,631 ਹੈ, ਜਿਨ੍ਹਾਂ ਵਿੱਚੋਂ 26,134 ਮਾਈਲਡ ਕੰਡੀਸ਼ਨ ਦੇ ਵਿੱਚ ਅਤੇ 497 ਸੀਰੀਅਸ ਕੰਡੀਸ਼ਨ ਵਿੱਚ ਦੱਸੇ ਗਏ ਨੇ। ਇਸ ਦੇ ਨਾਲ ਹੀ ਕੈਨੇਡਾ ਵਿੱਚ ਰਿਕਵਰਡ ਕੇਸਿਸ ਦੀ ਗਿਣਤੀ 1.7 ਮਿਲੀਅਨ ਤੋਂ ਵੱਧ ਦੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਤੇ। ਕੈਨੇਡਾ 에ਅਰਪੋਰਟ ਤੇ ਹੋ ਰਹੀ ਦੇਰੀ, ਹੁਣ ਯਾਤਰੀਆਂ ਨੂੰ ਲੱਗਦਾ ਵੱਧ ਸਮਾਂ। ਅਮਰੀਕਾ ਜਾਣ ਵਾਲੇ ਕੈਨੇਡਾ ਵਾਸੀ ਦੇਣ ਧਿਆਨ, ਹੁਣ ਨਵੇਂ ਨਿਯਮ ਹੋਏ ਲਾਗੂ। ਕੈਨੇਡਾ ਵਿੱਚ ਪੰਜਾਬੀ ਦਾ ਘਾਰਾ, ਪੰਜਾਬੀ ਨੂੰ ਹੋਈ 5 ਸਾਲ ਦੀ ਜੇਲ੍ਹ। ਗੁਰੂ ਘਰ 'ਚ ਦਾਖਲੇ ਲਈ ਵੈਕਸੀਨ ਜ਼ਰੂਰੀ, ਬ੍ਰਿਟਿਸ਼ ਕੋਲੰਬੀਆ ਦੇ ਧਾਰਮਿਕ ਥਾਵਾਂ ਤੇ ਟੀਕਾ ਹੋਵੇਗਾ ਜ਼ਰੂਰੀ। ਬ੍ਰਿਟਿਸ਼ ਕੋਲੰਬੀਆ 'ਚ ਸੁਧਰੇ ਹਾਲਾਤ, ਅਜੇ ਵੀ ਚੇਤਾਵਨੀ ਜਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।